ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੂਰਠ ਮਹੱਲਾ ਪੰਜਵਾਂ। ਅਵਨਾਸੀ ਜੀਵਨ ਕੋ ਦਾਤਾ, ਸਿਮਰਤ ਸਭ ਮਲ ਖੋਈ। ਗੁਣ ਨਿਧਾਨ ਭਗਤਨ ਕੋ ਬਰਤਨ, ਬਿਰਲਾ ਪਾਵੈ ਕੋਈ। ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ। ਜਾ ਕੀ ਸਰਨ ਪਿਆ ਸੁਖ ਪਾਈਐ, ਬਾਹੁੜ ਦੁਖ ਨਾ ਹੋਈ। ਰਹਾਉ ਵਡ ਭਾਗੀ ਸਾਧ ਸੰਗ ਪ੍ਰਾਪਤ, ਤਿਨ ਭੇਟਤ ਦੁਰਮਤ ਖੋਈ। ਤਿਨ ਕੀ ਧੂਰ ਨਾਨਕ ਦਾਸ ਬੰਚੈ, ਜਿਨ ਹਰ ਨਾਮ ਹਿਰਦੈ ਪਰੋਈ। ਵਡ ਭਾਗੀ ਸਾਧ ਸੰਗ ਪ੍ਰਾਪਤ, ਤਿਨ ਭੇਟਤ ਦੁਰਮਤ ਖੋਈ। ਤਿਨ ਕੀ ਧੂਰ ਨਾਨਕ ਦਾਸ ਬੰਚੈ, ਜਿਨ ਹਰ ਨਾਮ ਹਿਰਦੈ ਪਰੋਈ। ਅਵਨਾਸੀ ਜੀਵਨ ਕੋ ਦਾਤਾ, ਸਿਮਰਤ ਸਭ ਮਲ ਖੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤ ਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ। ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ ਜਿੱਥੇ ਮਹਾਨ ਪਰਉਪਕਾਰ ਕੀਤੇ, ਉਥੇ ਸਭ ਤੋਂ ਵੱਡਾ ਪਰਉਪਕਾਰ ਇਹ ਪਵਿੱਤਰ ਅੰਮ੍ਰਿਤ ਰੂਪ ਬਾਣੀ, ਇਹ ਇੱਕ ਰਤਨਾਂ ਦਾ ਖਜ਼ਾਨਾ, ਇਹ ਇੱਕ ਅਮੋਲਕ ਦਾਤ ਸਾਨੂੰ ਬਖਸ਼ਿਸ਼ ਕਰ ਗਏ ਹਨ, ਜਿਸ ਦੀ ਓਟ ਆਸਰਾ ਲੈ ਕੇ ਹਰ ਗੁਰਸਿੱਖ ਮਾਈ ਭਾਈ ਰਹਿੰਦੀ ਦੁਨੀਆ ਤੱਕ ਇਸ ਗੁਰਬਾਣੀ ਦੇ ਚਾਨਣ ਤੋਂ ਅਗਵਾਈ ਲੈ ਸਕਦੇ ਹਨ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ, ਸ਼ਾਂਤੀ ਦੇ ਸੋਮੇ, ਮਹਾਨ ਪਰਉਪਕਾਰੀ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੋਠ ਰਾਗ ਦੇ ਅੰਦਰ ਪਾਵਨ ਪਵਿੱਤਰ ਉਪਦੇਸ਼ ਸਾਨੂੰ ਬਖਸ਼ਿਸ਼ ਕਰ ਰਹੇ ਹਨ। ਜਿਸ ਪਵਿੱਤਰ ਸ਼ਬਦ ਦਾ ਪਾਠ ਆਪ ਸੰਗਤਾਂ ਨੇ ਸੁਣਿਆ ਹੈ, ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਉੱਤਮ ਭਗਤੀ ਦੁਆਰਾ ਮਨ ਨੂੰ ਸੰਬੋਧਨ ਕਰਕੇ ਉਪਦੇਸ਼ ਬਖਸ਼ਿਸ਼ ਕੀਤਾ ਹੈ। ਮਹਾਂਪੁਰਖ ਦੱਸਦੇ ਸਨ, 3 ਪ੍ਰਕਾਰ ਦੇ ਭਗਤੀ ਹੁੰਦੇ ਹਨ। ਉੱਤਮ ਭਗਤੀ ਮਨ ਨੂੰ ਸੰਬੋਧਨ ਕਰਕੇ ਉਪਦੇਸ਼ ਦਿੰਦੇ ਹਨ। ਉਹਨਾਂ ਦਾ ਉਪਦੇਸ਼ ਸਰਬ ਸਾਂਝਾ ਹੁੰਦਾ ਹੈ। ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨੈ। ਮੱਧਮ ਭਗਤੀ ਕਿਸੇ ਨੂੰ ਸੰਬੋਧਨ ਕਰਕੇ ਉਪਦੇਸ਼ ਦਿੰਦੇ ਹਨ। ਕਨਿਸ਼ਟ ਭਗਤੀ ਕਿਸੇ ਨੂੰ ਤਾੜਨਾ ਕਰਕੇ ਅਨੁਕਤੀ ਦੁਆਰਾ ਉਪਦੇਸ਼ ਦਿੰਦੇ ਹਨ।
ਪਰ ਸਤਿਗੁਰੂ ਨੇ ਉਤੋਂ ਵਿਧੀ ਨੂੰ ਅਪਣਾਇਆ ਹੈ। ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ। ਐ ਮੇਰੇ ਮਨ, ਤੂੰ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪ ਜੋ ਗੁਰ ਚੈਤਨ ਸਰੂਪ ਹੈ, ਗੋਪਾਲ ਪ੍ਰਿਥਵੀ ਦਾ ਪਾਲਕ ਹੈ, ਪ੍ਰਭ ਸਰਵ ਸ਼ਕਤੀਮਾਨ ਹੈ। ਜਾ ਕੀ ਸਰਨ ਪਿਆ ਸੁਖ ਪਾਈਐ, ਬਾਹੁੜ ਦੁਖ ਨਾ ਹੋਈ। ਜਿਸ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਪਿਆ ਹਮੇਸ਼ਾ ਸੁਖ ਪ੍ਰਾਪਤ ਕਰ ਲਈਦਾ ਹੈ। ਸੁਖ ਵੀ ਯਥਾਰਥ, ਸੁਖ ਵੀ ਸदैवी ਸੁਖ ਪ੍ਰਾਪਤ ਹੁੰਦਾ ਹੈ। ਬਾਹੁੜ ਦੁਖ ਨਾ ਹੋਈ, ਜਿਸ ਤੋਂ ਬਾਅਦ ਫਿਰ ਦੁਬਾਰਾ ਮੁੜ ਕੇ ਦੁੱਖ ਮਹਿਸੂਸ ਹੁੰਦਾ ਹੀ ਨਹੀਂ, ਕਿਉਂਕਿ ਵਾਹਿਗੁਰੂ ਦੀ ਸ਼ਰਨ ਵਿੱਚ ਜਾ ਕੇ ਉਹ ਸੁਖ ਪ੍ਰਾਪਤ ਹੋ ਜਾਂਦਾ ਹੈ ਜਿਹੜਾ ਕਦੀ ਨਾਸ ਨਹੀਂ ਹੁੰਦਾ। ਦੁੱਖ ਨਾਹੀ ਸਭ ਸੁਖ ਹੀ ਹੈ ਰੇ। ਉਹ ਐਸੀ ਅਵਸਥਾ ਹੈ, ਆਨੰਦੋ ਆਨੰਦ ਘਣਾ, ਮੈਂ ਸੋ ਪ੍ਰਭ ਡੀਠਾ ਰਾਮ। ਮਹਾਂਪੁਰਖ ਦੱਸਦੇ ਸਨ, ਇਹ ਜਿਹੜੀ ਅਵਸਥਾ ਹੈ, ਜਾ ਕੀ ਸ਼ਰਨ ਪਿਆ ਸੁਖ ਪਾਈਐ, ਬਾਹੁੜ ਦੁਖ ਨਾ ਹੋਈ, ਇੱਕ ਇਸ ਤਰ੍ਹਾਂ ਦੀ ਅਵਸਥਾ ਹੈ ਜਿਵੇਂ ਕੋਈ ਆਦਮੀ ਕਿਸੇ ਹਰਿਆਵਲੇ ਜੰਗਲ ਦੇ ਵਿੱਚ ਚਲਿਆ ਜਾਵੇ ਤੇ ਉਸ ਨੂੰ ਚਾਰ ਛਪੇਰੇ ਹਰਿਆਵਲਤਾ ਦਿਸਦੀ ਹੈ। ਕੋਈ ਆਦਮੀ ਮਾਰੂ ਥਲ ਵਿੱਚ ਚਲਿਆ ਜਾਵੇ, ਉਹਨੂੰ ਚਾਰੇ ਪਾਸੇ ਮਾਰੂ ਥਲ ਹੀ ਦਿਖਾਈ ਦਿੰਦਾ ਹੈ। ਕੋਈ ਆਦਮੀ ਸਮੁੰਦਰ ਦੇ ਵਿਚਕਾਰ ਚਲਿਆ ਜਾਵੇ, ਉਹਨੂੰ ਸਾਰੇ ਪਾਸੇ ਸਮੁੰਦਰ ਹੀ ਸਮੁੰਦਰ ਦਿਖਾਈ ਦਿੰਦਾ ਹੈ। ਕੋਈ ਆਦਮੀ ਆਕਾਸ਼ ਦੇ ਵਿੱਚ ਉੱਚਾ ਚਲਿਆ ਜਾਵੇ, ਉਹਨੂੰ ਆਕਾਸ਼ ਹੀ ਆਕਾਸ਼ ਸਾਰੇ ਪਾਸੇ ਦਿਖਾਈ ਦਿੰਦਾ ਹੈ। ਕੋਈ ਆਦਮੀ ਸੂਰਜ ਦੇ ਨੇੜੇ ਪਹੁੰਚ ਜਾਵੇ, ਉਹਨੂੰ ਪ੍ਰਕਾਸ਼ ਹੀ ਪ੍ਰਕਾਸ਼ ਦਿਖਾਈ ਦਿੰਦਾ ਹੈ। ਵਾਹਿਗੁਰੂ ਦੀ ਸ਼ਰਨ ਇੱਕ ਉਹ ਸਥਾਨ ਹੈ ਜਿੱਥੇ ਜਾ ਕੇ ਮਨੁੱਖ ਨੂੰ ਸੁਖ ਹੀ ਸੁਖ, ਆਨੰਦ ਹੀ ਆਨੰਦ, ਖੇੜਾ ਹੀ ਖੇੜਾ ਪ੍ਰਾਪਤ ਹੁੰਦਾ ਹੈ। ਬਾਹੁੜ ਦੁਖ ਨਾ ਹੋਈ। ਇੱਕ ਵਾਰੀ ਜਦੋਂ ਵਾਹਿਗੁਰੂ ਦੀ ਸ਼ਰਨ ਦਾ ਸੁਖ ਪ੍ਰਾਪਤ ਹੋ ਜਾਂਦਾ ਹੈ, ਫਿਰ ਦੁਬਾਰਾ ਮੁੜ ਕੇ ਦੁੱਖ ਹੁੰਦਾ ਹੀ ਨਹੀਂ। ਇਹ ਗੱਲ ਕੁਝ ਇਸ ਤਰ੍ਹਾਂ ਦੀ ਹੈ, ਜਿਵੇਂ ਬੱਚੇ ਆਪਣੇ ਮਾਤਾ ਪਿਤਾ ਦੀ ਸ਼ਰਨ ਵਿੱਚ ਰਹਿੰਦੇ ਨੇ ਔਰ ਉਹਨਾਂ ਨੂੰ ਕਿਸੇ ਗੱਲ ਦਾ ਭੋਰਾ ਵੀ ਦੁੱਖ ਨਹੀਂ ਹੁੰਦਾ, ਕੋਈ ਫਿਕਰ ਨਹੀਂ ਹੁੰਦਾ। ਇਸੇ ਤਰ੍ਹਾਂ ਜਦੋਂ ਵਾਹਿਗੁਰੂ ਦੇ ਪਿਆਰੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਵਿੱਚ ਰਹਿੰਦੇ ਨੇ, ਉਹਨਾਂ ਨੂੰ ਕੋਈ ਦੁੱਖ, ਕੋਈ ਚਿੰਤਾ, ਕੋਈ ਫਿਕਰ ਰਹਿੰਦਾ ਹੀ ਨਹੀਂ ਹੈ। ਲਓ ਹੁਣ ਆਰੰਭ ਤੋਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਆਪ ਸੰਗਤਾਂ ਪਵਿੱਤਰ ਬਾਣੀ ਦੀ ਵਿਚਾਰ ਸੁਣੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਰਠ ਮਹੱਲਾ ਪੰਜਵਾਂ। ਅਬਨਾਸੀ ਜੀਵਨ ਕੋ ਦਾਤਾ, ਸਿਮਰਤ ਸਭ ਮਲ ਖੋਏ। ਸੋਰਠ ਰਾਗ ਦੇ ਅੰਦਰ ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਹਨ, ਅਬਨਾਸੀ ਜੀਵਨ ਕੋ ਦਾਤਾ। ਐ ਮੇਰੇ ਮਨ, ਉਹ ਅਕਾਲ ਪੁਰਖ ਵਾਹਿਗੁਰੂ ਅਬਨਾਸੀ, ਨਾਸ ਤੋਂ ਰਹਿਤ ਹੈ ਅਤੇ ਸਾਰੇ ਜੀਵਾਂ ਨੂੰ ਰਿਜ਼ਕ ਦੇਣ ਵਾਲਾ ਦਾਤਾ ਵੀ ਉਹੀ ਹੈ। ਜਾਂ ਸਿੱਧਾ ਅਰਥ ਅਬਨਾਸੀ ਜੀਵਨ ਕੋ ਦਾਤਾ, ਉਹ ਅਕਾਲ ਪੁਰਖ ਵਾਹਿਗੁਰੂ ਜੀਵਾਂ ਨੂੰ ਰਿਜ਼ਕ ਦੇਣ ਵਾਲਾ ਸੱਚਾ ਦਾਤਾ ਹੈ। ਸਿਮਰਤ ਸਭ ਮਲ ਖੋਈ। ਉਸ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰਦਿਆਂ ਅਸੀਂ ਸਾਰੇ ਹੀ ਆਪਣੀ ਮੈਲ ਹਉਮੈ ਦੀ ਨਾਸ ਕਰ ਲਈ ਹੈ। ਗੁਣ ਨਿਧਾਨ ਭਗਤਨ ਕਉ ਬਰਤਨ, ਬਿਰਲਾ ਪਾਵੈ ਕੋਈ। ਉਹ ਅਕਾਲ ਪੁਰਖ ਵਾਹਿਗੁਰੂ ਗੁਣਾਂ ਦਾ ਖਜ਼ਾਨਾ ਹੈ,
ਸਭ ਗੁਣ ਤੇਰੇ ਮੈਂ ਨਾਹੀ ਕੋਏ, ਵੈਣ ਗੁਣ ਕੀਤੇ ਭਗਤ ਨਾ ਹੋਏ। ਭਗਤਨ ਕੋ ਬਰਤਨ, ਭਗਤਾਂ ਨੂੰ ਵਰਤਨ ਦੇ ਵਾਸਤੇ ਵਾਹਿਗੁਰੂ ਪਰਮੇਸ਼ਰ ਨਾਮ ਦੀ ਦਾਤ ਬਖਸ਼ਿਸ਼ ਕਰਦਾ ਹੈ। ਬਿਰਲਾ ਪਾਵੈ ਕੋਈ, ਪਰ ਹਜ਼ੂਰ ਫਰਮਾਉਂਦੇ ਹਨ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਕੋਈ ਵਿਰਲਾ ਹੀ ਪ੍ਰਾਪਤ ਕਰ ਸਕਦਾ ਹੈ। ਭਾਵ ਦੁਨੀਆ ਵਿੱਚ ਉਹ ਉਂਗਲਾਂ ਤੇ ਗਿਣਵੇਂ ਹੀ ਮਹਾਂਪੁਰਖ ਹੋਣਗੇ ਜਿਨ੍ਹਾਂ ਨੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਾਪਤ ਕੀਤਾ ਹੋਵੇ। ਨਹੀਂ ਤਾਂ ਅੱਧ ਵਿਚਕਾਰ ਤਾਂ ਬਹੁਤ ਸਾਰੇ ਭਟਕ ਰਹੇ ਨੇ। ਜਿਵੇਂ ਕਿ ਭਗਤ ਕਬੀਰ ਜੀ ਨੇ ਲਿਖਿਆ ਹੈ, ਕਬੀਰ ਸਿੱਖ ਸਾਖਾ ਬਹੁਤੇ ਕੀਏ, ਕੇਸੋ ਕੀਓ ਨਾ ਮੀਤ, ਚਾਲੇ ਥੇ ਹਰ ਮਿਲਣ ਕੋ ਬੀਚੈ ਅਟਕਿਓ ਚੀਤ। ਚੱਲੇ ਤਾਂ ਸੀ ਵੀ ਰੱਬ ਨੂੰ ਮਿਲਣਾ, ਪਰ ਜਦੋਂ ਚਲੀਸੇ ਕੱਢਣ ਲੱਗ ਪਏ, ਮਾਨ ਵਡਿਆਈ ਸੰਸਾਰ ਵਿੱਚ ਹੋਣ ਲੱਗ ਪਈ, ਬਸ ਫੇਰ ਕੀ ਸੀ, ਰਿੱਧੀਆਂ ਸਿੱਧੀਆਂ ਦੇ ਮੋਹ ਜਾਲ ਵਿੱਚ ਫਸ ਕੇ ਆਪਣੀ ਸਿੱਖੀ ਸੇਵਕੀ ਵਧਾਉਣ ਲੱਗ ਪਏ। ਵਾਹਿਗੁਰੂ ਨੂੰ ਆਪਣਾ ਮਿੱਤਰ ਨਹੀਂ ਬਣਾਇਆ। ਦੁਨੀਆ ਦੇ ਲੋਕਾਂ ਨੂੰ, ਮਾਇਆ ਧਾਰੀਆਂ ਨੂੰ, ਵੱਡੇ ਵੱਡੇ ਲੀਡਰਾਂ ਨੂੰ ਆਪਣੇ ਮਿੱਤਰ ਸਮਝਣ ਲੱਗ ਪਏ, ਵਾਹਿਗੁਰੂ ਨੂੰ ਭੁਲਾ ਦਿੱਤਾ। ਇਸੇ ਲਈ ਹਜ਼ੂਰ ਕਹਿੰਦੇ ਨੇ ਬਿਰਲਾ ਪਾਵੈ ਕੋਈ, ਬਈ ਉਸ ਵਾਹਿਗੁਰੂ ਨੂੰ ਕੋਈ ਵਿਰਲਾ ਹੀ ਪ੍ਰਾਪਤ ਕਰਦਾ। ਗੁਣ ਨਿਧਾਨ ਭਗਤਨ ਕੋ ਬਰਤਨ ਬਿਰਲਾ ਪਾਵੈ ਕੋਈ। ਇਹਦਾ ਦੂਜਾ ਭਾਵ ਇਹ ਵੀ ਹੈ, ਗੁਣ ਨਿਧਾਨ ਭਗਤਨ ਕੋ ਬਰਤਨ, ਵਾਹਿਗੁਰੂ ਦਾ ਨਾਮ ਵੀ ਸਾਰੇ ਗੁਣਾਂ ਦਾ ਖਜ਼ਾਨਾ ਹੈ। ਹਰ ਆਰਾਧ ਸਭੋ ਕਿਛ ਪਾਈਐ, ਕਾਰਜ ਸਗਲੇ ਸਾਧੋ। ਤੇ ਵਾਹਿਗੁਰੂ ਭਗਤਾਂ ਨੂੰ ਵਰਤਣ ਵਾਸਤੇ ਜਿਵੇਂ ਸਮੱਗਰੀ ਹੁੰਦੀ ਹੈ, ਤੇ ਉਹ ਆਪਣੇ ਭਗਤਾਂ ਨੂੰ ਵਰਤਣ ਵਾਸਤੇ ਵਾਹਿਗੁਰੂ ਪਰਮੇਸ਼ਰ ਆਪਣਾ ਨਾਮ ਦੇ ਦਿੰਦਾ। ਬਿਰਲਾ ਪਾਵੈ ਕੋਈ, ਪਰ ਇਸ ਨਾਮ ਦੀ ਦਾਤ ਨੂੰ ਕੋਈ ਵਿਰਲਾ ਹੀ ਗੁਰਸਿੱਖ ਜਗਿਆਸੂ ਪ੍ਰਾਪਤ ਕਰਦਾ ਹੈ। ਨਹੀਂ ਤੇ ਹੋਰ ਦੁਨਿਆਵੀ ਪਦਾਰਥੀ ਲੋਕ ਮੰਗਦੇ ਰਹਿੰਦੇ ਨੇ, ਪਰ ਨਾਮ ਦੇ ਅਧਿਕਾਰੀ ਵਿਰਲੇ ਹਨ। ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ, ਜਾ ਕੀ ਸਰਨ ਪਿਆ ਸੁਖ ਪਾਈਐ, ਬਾਹੁੜ ਦੁਖ ਨਾ ਹੋਏ। ਰਹਾਉ, ਐ ਮੇਰੇ ਮਨ, ਤੂੰ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪ ਜੋ ਗੁਰ ਸਭ ਤੋਂ ਵੱਡਾ ਹੈ ਤੇ ਪ੍ਰਿਥਵੀ ਦਾ ਪਾਲਕ ਹੈ ਤੇ ਸਰਵ ਸ਼ਕਤੀਮਾਨ ਹੈ। ਜਾ ਕੀ ਸ਼ਰਨ ਪਿਆ ਸੁਖ ਪਾਈਐ, ਜਿਸ ਵਾਹਿਗੁਰੂ ਦੀ ਸ਼ਰਨ ਪਿਆ ਸੱਚਾ ਸੁਖ, ਯਥਾਰਥ ਸੁਖ, ਸदैवी ਸੁਖ ਪ੍ਰਾਪਤ ਕਰ ਲਈਦਾ ਹੈ। ਬਾਹੁੜ ਦੁੱਖ ਨਾ ਹੋਈ, ਫਿਰ ਦੁਬਾਰਾ ਮੁੜ ਕੇ ਦੁੱਖ ਹੁੰਦਾ ਹੀ ਨਹੀਂ, ਦੁੱਖ ਨੇੜੇ ਟੁਕਦਾ ਹੀ ਨਹੀਂ, ਐਸੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਰਹਾਉ, ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ, ਵਡ ਭਾਗੀ ਸਾਧ ਸੰਗ ਪ੍ਰਾਪਤ, ਤਿਨ ਭੇਟਤ ਦੁਰਮਤ ਖੋਏ। ਐ ਮਨ, ਵੱਡਿਆਂ ਭਾਗਾਂ ਦੇ ਨਾਲ ਸਾਧ ਸੰਗ, ਸਾਧ ਪੁਰਸ਼ਾਂ ਦੀ, ਪੂਰਨ ਮਹਾਂਪੁਰਸ਼ਾਂ ਦੀ ਸੰਗਤ ਪ੍ਰਾਪਤ ਹੁੰਦੀ ਹੈ। ਸੰਗ ਇੱਕ ਬਚਨ ਹੈ ਤੇ ਪੁਲਿੰਗ ਸ਼ਬਦ ਵਰਤੇ ਹੈ। ਵਡ ਭਾਗੀ ਸਾਧ ਸੰਗ ਪ੍ਰਾਪਤ, ਵੱਡਿਆਂ ਭਾਗਾਂ ਦੇ ਨਾਲ ਸਾਧੂਆਂ ਦਾ ਸੰਗ ਪ੍ਰਾਪਤ ਹੁੰਦਾ ਹੈ। ਤਿਨ ਭੇਟਤ ਦੁਰਮਤ ਖੋਈ, ਤੇ ਉਹਨਾਂ ਮਹਾਂਪੁਰਖਾਂ ਨੂੰ ਮਿਲ ਕੇ ਗੁਰਮੁਖ ਸਾਧ ਅਸਾਧ ਸਾਧ ਸਦਾਇਆ, ਇਹ ਖੋਟੀ ਮਤ ਖੋਈ ਨਾਸ ਹੋ ਜਾਂਦੀ ਹੈ। ਤਿਨ ਕੀ ਧੂਰ ਨਾਨਕ ਦਾਸ ਬਾਂਛੈ, ਜਿਨ ਹਰ ਨਾਮ ਹਿਰਦੈ ਪਰੋਏ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਕਿ ਐ ਮਨ, ਮੈਂ ਉਹਨਾਂ ਮਹਾਂਪੁਰਖਾਂ ਦੇ ਚਰਨਾਂ ਦੀ ਧੂੜ ਨੂੰ ਚਾਹੁੰਦਾ ਹਾਂ, ਚਰਨਾਂ ਦੀ ਧੂੜ ਨੂੰ ਮੰਗਦਾ ਹਾਂ। ਕਿਹੜੇ ਮਹਾਂਪੁਰਖ? ਜਿਨ ਹਰ ਨਾਮ ਹਿਰਦੈ ਪਰੋਈ, ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਪਰੋਇਆ ਹੋਇਆ, ਸਵਾਸਾਂ ਦਾ ਸੂਤ ਬਣਾ ਕੇ ਤੇ ਵਾਹਿਗੁਰੂ ਦੇ ਨਾਮ ਨੂੰ ਹੀਰੇ ਮੋਤੀਆਂ ਵਾਂਗੂ ਪਰੋ ਕੇ ਸਵਾਸ ਸਵਾਸ ਸਿਮਰਨ ਕਰਕੇ, ਜਿਸ ਨੇ ਆਪਣੇ ਗਲ ਦੇ ਵਿੱਚ ਹਾਰ ਪਾਇਆ ਹੋਇਆ, ਊਠਤ ਬੈਠਤ ਸੋਵਤ ਨਾਮ
ਕਹੋ ਨਾਨਕ ਜਨ ਕੈ ਸਦ ਕਾਮ, ਉਹਨਾਂ ਮਹਾਂਪੁਰਖਾਂ ਦੀ ਮੈਂ ਚਰਨ ਧੂੜ ਮੰਗਦਾ ਹਾਂ। ਸੋਰਠ ਮਹੱਲਾ ਪੰਜਵਾਂ। ਜਨਮ ਜਨਮ ਕੇ ਦੁਖ ਨਿਵਾਰੈ, ਸੂਕਾ ਮਨ ਸਾਧਾਰੈ। ਹੁਣ ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਇਹ ਜਮਾਂ ਦਾ ਫਾਹਾ, ਮੌਤ ਦਾ ਡਰ ਕਿਵੇਂ ਦੂਰ ਹੋ ਸਕਦਾ ਹੈ? ਤਾਂ ਸਤਿਗੁਰੂ ਕਹਿੰਦੇ ਨੇ, ਭਾਈ ਗੁਰੂ ਦੀ ਸ਼ਰਨ ਵਿੱਚ ਜਾਓ। ਮੇਰਾ ਵੈਦ ਗੁਰੂ ਗੋਵਿੰਦਾ, ਮੇਰਾ ਵੈਦ, ਮੇਰਾ ਡਾਕਟਰ ਗੁਰੂ ਪਰਮੇਸ਼ਰ ਹੈ। ਹਰ ਹਰ ਨਾਮ ਔਖਦ ਮੁਖ ਦੇਵੈ, ਕਾਟੈ ਜਮ ਕੀ ਫੰਦਾ। ਉਹ ਮੇਰਾ ਵੈਦ ਸਤਿਗੁਰੂ ਸਾਨੂੰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੀ ਔਸ਼ਧੀ ਮੁਖ ਵਿੱਚ ਦਿੰਦਾ ਹੈ। ਭਾਵ ਸਤਿਗੁਰੂ ਸਾਨੂੰ ਨਾਮ ਜਪਣ ਦੀ ਤਾਕੀਦ ਕਰਦੇ ਹਨ। ਗੁਰਸਿੱਖਾ ਰਸਨਾ ਤੋਂ ਨਾਮ ਜਪ, ਵਾਹਿਗੁਰੂ ਵਾਹਿਗੁਰੂ ਜਪ। ਕਾਟੈ ਜਮ ਕੀ ਫੰਦਾ, ਤੇ ਇਉਂ ਗੁਰੂ ਵੈਦ ਜਮਾਂ ਦੇ ਫਾਹੇ ਨੂੰ ਵੀ ਕੱਟ ਦਿੰਦਾ। ਲੋਕੀ ਮਰਨ ਤੋਂ ਡਰਦੇ ਨੇ, ਪਰ ਜਿਹੜਾ ਮਨੁੱਖ ਸਤਿਗੁਰੂ ਵੈਦ ਦੀ ਸ਼ਰਨ ਵਿੱਚ ਆ ਜਾਂਦਾ ਹੈ, ਸਤਿਗੁਰੂ ਨਾਮ ਦਾ ਦਾਰੂ ਮੁਖ ਵਿੱਚ ਪਾ ਦਿੰਦੇ ਨੇ। ਇਸ ਨਾਮ ਦੀ ਦਾਰੂ ਨੂੰ ਵਰਤ ਕੇ ਉਸ ਨੂੰ ਮੌਤ ਦਾ ਡਰ ਵੀ, ਜਮਾਂ ਦਾ ਫੰਦਾ ਵੀ ਉਸ ਦਾ ਕੱਟਿਆ ਜਾਂਦਾ ਹੈ। ਉਹ ਸਤਿਗੁਰੂ ਕੈਸਾ ਹੈ? ਜਨਮ ਜਨਮ ਕੇ ਦੁਖ ਨਿਵਾਰੈ, ਸੂਕਾ ਮਨ ਸਾਧਾਰੈ। ਉਹ ਸਤਿਗੁਰੂ ਜਨਮਾਂ ਜਨਮਾਂ ਦੇ ਦੁੱਖ ਮੇਟ ਦਿੰਦਾ ਹੈ ਤੇ ਸੂਕਾ ਮਨ ਸਾਧਾਰੈ, ਸੁੱਕੇ ਮਨ ਨੂੰ, ਨਿਸ਼ਰਦਕ ਮਨ ਨੂੰ, ਪ੍ਰੇਮ ਤੋਂ ਸਖਣੇ ਮਨ ਨੂੰ ਸਾਧਾਰੈ, ਸਹਾਰਾ ਤੇ ਆਸਰਾ ਦੇ ਦਿੰਦਾ ਹੈ। ਦਰਸ਼ਨ ਭੇਟਤ ਹੋਤ ਨਿਹਾਲਾ, ਹਰ ਕਾ ਨਾਮ ਵਿਚਾਰੈ। ਜਿਸਨੂੰ ਸਤਿਗੁਰੂ ਦਾ ਦਰਸ਼ਨ ਹੋ ਜਾਵੇ ਤੇ ਨਾਲ ਗੁਰੂ ਦਾ ਮਿਲਾਪ ਹਾਸਲ ਹੋ ਜਾਵੇ, ਉਹ ਨਿਹਾਲ ਹੋ ਜਾਂਦਾ ਹੈ। ਹਰ ਕਾ ਨਾਮ ਵਿਚਾਰੈ, ਫਿਰ ਉਹ ਵਾਹਿਗੁਰੂ ਦੇ ਨਾਮ ਦੀ ਵਿਚਾਰ ਕਰਨ ਵਾਲਾ ਬਣ ਜਾਂਦਾ ਹੈ। ਭਾਵ ਹਰ ਵੇਲੇ ਉਸ ਵਾਹਿਗੁਰੂ ਦੇ ਨਾਮ ਦੀ ਕਦਰੋ ਕੀਮਤ ਨੂੰ, ਨਾਮ ਦੀ ਬਰਕਤ ਨੂੰ, ਨਾਮ ਦੀ ਬਖਸ਼ਿਸ਼ ਨੂੰ, ਨਾਮ ਦੀ ਸ਼ਕਤੀ ਨੂੰ ਹਰ ਵੇਲੇ ਵਿਚਾਰਨ ਲੱਗ ਜਾਂਦਾ ਹੈ। ਮੇਰਾ ਵੈਦ ਗੁਰੂ ਗੋਵਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ, ਕਾਟੈ ਜਮ ਕੀ ਫੰਦਾ। ਰਹਾਉ। ਹਜ਼ੂਰ ਕਹਿੰਦੇ, ਭਾਈ ਮੇਰਾ ਤੇ ਵੈਦ ਸਤਿਗੁਰੂ ਪਰਮੇਸ਼ਰ ਰੂਪ ਸਤਿਗੁਰੂ ਹੀ ਹੈ। ਕਿਉਂ? ਉਹ ਸਤਿਗੁਰੂ ਸਾਡੇ ਮੁਖ ਵਿੱਚ ਵਾਹਿਗੁਰੂ ਦੇ ਨਾਮ ਦਾ ਦਾਰੂ ਪਾ ਦਿੰਦਾ ਹੈ। ਕਾਟੈ ਜਮ ਕੀ ਫੰਦਾ, ਜੋ ਜਮਾਂ ਦੇ ਫਾਹੇ ਨੂੰ ਵੀ ਕੱਟ ਦਿੰਦਾ ਹੈ। ਕਿਉਂਕਿ ਨਾਮ ਦੀ ਦਾਰੂ ਐਸੀ ਦਾਰੂ ਹੈ, ਸੁਣ ਕੇ ਜਮ ਕੇ ਦੂਤ ਨਾਹੀ ਤੀਰੈ ਛੱਡ ਜਾਹੇ। ਜਿੱਥੇ ਵਾਹਿਗੁਰੂ ਦਾ ਨਾਮ ਆ ਜਾਂਦਾ ਹੈ, ਉਥੇ ਜਮਦੂਤ ਵੀ ਡਰ ਕੇ ਭੱਜ ਜਾਂਦੇ ਹਨ। ਰਹਾਉ। ਵਿਸਰਾਮ ਦੇ ਕੇ ਸਤਿਗੁਰੂ ਅੱਗੇ ਫਰਮਾਉਂਦੇ ਹਨ, ਸਮਰੱਥ ਪੁਰਖ ਪੂਰਨ ਵਿਧਾਤੇ, ਆਪੇ ਕਰਨੈ ਹਾਰਾ। ਉਹ ਅਕਾਲ ਪੁਰਖ ਵਾਹਿਗੁਰੂ ਸਮਰੱਥ ਸਰਵ ਸ਼ਕਤੀਮਾਨ ਹੈ। ਕਰਤੂ ਮਾ ਕਰਤੂ ਸਾ ਈਸ਼ਰਾ। ਈਸ਼ਵਰ ਕਿਸ ਨੂੰ ਕਹਿੰਦੇ ਨੇ? ਜੋ ਕਰਨ ਤੇ ਨਾ ਕਰਨ ਜੋ ਕੰਮ ਵੀ ਕਰ ਸਕੇ, ਉਹਨੂੰ ਕਹਿੰਦੇ ਹੈ ਸਮਰੱਥ। ਉਹ ਵਾਹਿਗੁਰੂ ਸਰਵ ਸ਼ਕਤੀਮਾਨ ਹੈ, ਜੋ ਚਾਹੇ ਕਰ ਸਕਦਾ ਹੈ। ਪੁਰਖ ਵਿਆਪਕ ਸਰੂਪ ਹੈ, ਪੂਰਨ ਸਰਬ ਗੁਣ ਭਰਪੂਰ ਤੇ ਵਿਧਾਤੇ, ਕਰਮ ਫਲ ਪ੍ਰਦਾਤਾ ਹੈ। ਆਪੇ ਕਰਨਾ ਹਾਰਾ। ਉਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਸਭ ਕੁਝ ਕਰਨ ਕਰਾਉਣ ਵਾਲਾ ਹੈ। ਆਪਣਾ ਦਾਸ ਹਰਿ ਆਪੇ ਉਬਾਰਿਆ, ਨਾਨਕ ਨਾਮ ਆਧਾਰਾ। ਉਸ ਅਕਾਲ ਪੁਰਖ ਵਾਹਿਗੁਰੂ ਨੇ ਆਪਣੇ ਦਾਸ ਨੂੰ ਆਪ ਹੀ ਉਬਾਰਿਆ, ਬਚਾਇਆ ਹੈ। ਆਪਣੇ ਦਾਸ ਨੂੰ ਵਾਹਿਗੁਰੂ ਨੇ ਆਪ ਹੀ ਦੁੱਖਾਂ, ਰੋਗਾਂ, ਸੋਗਾਂ ਤੋਂ ਬਚਾਇਆ ਹੈ। ਨਾਨਕ ਨਾਮ ਆਧਾਰਾ। ਕਿਵੇਂ ਬਚਾਇਆ? ਨਾਮ ਦਾ ਆਸਰਾ ਦੇ ਕੇ। ਕਿਉਂਕਿ ਦਾਰੂ ਤੇ ਨਾਮ ਹੀ ਹੈ ਨਾ। ਹਰ ਹਰ ਨਾਮ ਔਖਦ ਮੁਖ ਦੇਵੈ, ਸਰਬ ਰੋਗ ਕਾ ਔਖਦ ਨਾਮ। ਬਈ ਉਸ ਵਾਹਿਗੁਰੂ ਪਰਮੇਸ਼ਰ ਨੇ ਨਾਮ ਦਾ ਆਸਰਾ ਦੇ ਕੇ ਆਪਣੇ ਦਾਸ ਨੂੰ ਜਮਾ ਤੋਂ, ਜਨਮ ਮਰਨ ਤੋਂ, ਹਰ ਕਿਸਮ ਦੇ ਰੋਗ ਸੋਗ ਤੋਂ, ਡਰ ਭੈ ਤੋਂ ਬਚਾ ਲਿਆ ਹੈ।
ਸੋਰਠ ਮਹੱਲਾ ਪੰਜਵਾਂ। ਅੰਤਰ ਕੀ ਗਾ ਤੁਮ ਹੀ ਜਾਨੀ, ਤੁਮ ਹੀ ਪਾਹੇ ਨਬੇਰੋ। ਲਓ ਹੁਣ ਸਤਿਗੁਰੂ ਦੇ ਚਰਨਾਂ ਦੇ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਆਪਣੀਆਂ ਭੁੱਲਾਂ ਬਖਸ਼ਾਉਣ ਦੇ ਲਈ ਸਾਨੂੰ ਕੀ ਯਤਨ ਕਰਨਾ ਚਾਹੀਦਾ ਹੈ? ਤਾਂ ਹਜ਼ੂਰ ਕਹਿੰਦੇ ਵਾਹਿਗੁਰੂ ਦੇ ਚਰਨਾਂ ਵਿੱਚ ਰਹਿਮ ਦੀ ਅਪੀਲ। ਪ੍ਰਭ ਜੀ ਤੂੰ ਮੇਰੋ ਠਾਕੁਰ ਨੀਰੋ, ਹਰ ਚਰਨ ਸ਼ਰਨ ਮੋਹਿ ਚੀਰੋ। ਹੇ ਵਾਹਿਗੁਰੂ ਜੀ, ਤੁਸੀਂ ਮੇਰੇ ਮਾਲਕ ਹੋ ਤੇ ਹਮੇਸ਼ਾ ਮੇਰੇ ਨੇੜੇ ਅੰਗ ਸੰਗ ਵਸ ਰਹੇ ਹੋ। ਹਰ ਚਰਨ ਸ਼ਰਨ ਮੋਹਿ ਚੀਰੋ। ਮਹਾਰਾਜ ਮੈਂ ਤੁਹਾਡਾ ਦਾਸ ਹਮੇਸ਼ਾ ਲਈ ਤੁਹਾਡੀ ਚਰਨ ਸ਼ਰਨ ਵਿੱਚ ਪਿਆ ਰਹਿਣਾ ਹਾਂ, ਤੇ ਕਿਰਪਾ ਕਰੋ ਮੈਨੂੰ ਬਖਸ਼ ਲਓ। ਅੰਤਰ ਕੀ ਗਾ ਤੁਮ ਹੀ ਜਾਨੀ, ਤੁਝ ਹੀ ਪਾਹੇ ਨਬੇਰੋ। ਹੇ ਵਾਹਿਗੁਰੂ ਜੀ, ਜੋ ਸਾਡੇ ਮਨ ਦੀ ਅੰਦਰਲੀ ਹਾਲਤ ਹੈ ਉਹ ਤੁਸਾਂ ਹੀ ਜਾਣੀ ਹੈ, ਕਿਉਂਕਿ ਸਾਡੇ ਮਨ ਦੇ ਅੰਦਰ ਵਿਕਾਰ ਵੀ ਨੇ, ਸਾਡੇ ਮਨ ਦੇ ਅੰਦਰ ਐਬ ਵੀ ਨੇ, ਸਾਡੇ ਮਨ ਦੇ ਅੰਦਰ ਦੁਸ਼ਟ ਭਾਵਨਾ ਵੀ ਹੈ। ਅੰਦਰ ਦੀ ਹਾਲਤ ਨੂੰ ਮਹਾਰਾਜ ਤੁਸੀਂ ਹੀ ਜਾਣਿਆ ਹੈ। ਤੁਝ ਹੀ ਪਾਹੇ ਨਬੇਰੋ, ਤੇ ਮਹਾਰਾਜ ਇਸ ਦਾ ਨਬੇੜਾ ਵੀ ਤੁਹਾਡੇ ਪਾਸ ਹੀ ਹੈ। ਜੋ ਕੋਈ ਸਾਡੇ ਅੰਦਰ ਪਾਪ ਤੇ ਵਿਕਾਰ ਨੇ, ਇਹਨਾਂ ਨੂੰ ਨਾਸ਼ ਕਰਨਾ ਇਹ ਵੀ ਤੁਹਾਡੇ ਹੱਥ ਵਾਸੀ ਹੈ। ਬਖਸ਼ ਲੈਹੋ ਸਾਹਿਬ ਪ੍ਰਭ ਆਪਣੇ, ਲਾਖ ਅਤੇ ਕਰ ਫੇਰੋ। ਹੇ ਆਪਣੇ ਮਾਲਕ ਵਾਹਿਗੁਰੂ ਪਰਮੇਸ਼ਰ ਜੀ, ਕਿਰਪਾ ਕਰੋ ਸਾਨੂੰ ਬਖਸ਼ ਲਵੋ। ਕਿਉਂ? ਲਾਖ ਅਤੇ ਕਰ ਫੇਰੋ। ਅਸੀਂ ਲੱਖਾਂ ਹੀ ਖਤੇ ਗੁਨਾਹ ਕਰ ਕਰਕੇ ਫੇਰੋ 84 ਦੇ ਚੱਕਰ ਕੱਟਦੇ ਆ ਰਹੇ ਹਾਂ, ਤੇ ਕਿਰਪਾ ਕਰੋ ਹੁਣ ਸਾਨੂੰ ਬਖਸ਼ ਲਓ। ਅਬ ਕੀ ਬਾਰ ਬਖਸ਼ ਬੰਦੇ ਕੋ, ਬਹੁਰ ਨਾ ਭਵ ਜਲ ਫੇਰਾ। ਹੁਣ ਕਿਰਪਾ ਕਰੋ ਬਾਰ ਬਾਰ ਸਾਨੂੰ 84 ਦੇ ਚੱਕਰ ਨਾ ਕੱਟਣੇ ਪੈਣ, ਤੇ ਸਾਨੂੰ ਹੁਣ ਇਸ ਵਾਰ ਬਖਸ਼ ਲਵੋ। ਪ੍ਰਭ ਜੀ ਤੂੰ ਮੇਰੋ ਠਾਕੁਰ ਨੀਰੋ, ਹਰ ਚਰਨ ਸ਼ਰਨ ਮੋਹਿ ਚੇਰੋ। ਰਹਾਉ। ਹੇ ਵਾਹਿਗੁਰੂ ਜੀ, ਤੁਸੀਂ ਮੇਰੇ ਮਾਲਕ ਹੋ ਤੇ ਹਮੇਸ਼ਾ ਮੇਰੇ ਨੇੜੇ ਵੀ ਵਸ ਰਹੇ ਹੋ। ਹਰ ਚਰਨ ਸ਼ਰਨ ਮੋਹਿ ਚੇਰੋ। ਮਹਾਰਾਜ ਮੈਂ ਤੁਹਾਡਾ ਦਾਸ ਹਮੇਸ਼ਾ ਲਈ ਤੁਹਾਡੇ ਚਰਨਾਂ ਦੀ ਸ਼ਰਨ ਵਿੱਚ ਪਿਆ ਰਹਿਣਾ ਹਾਂ। ਰਹਾਉ। ਵਿਸਰਾਮ ਦੇ ਕੇ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਫਿਰ ਅਕਾਲ ਪੁਰਖ ਵਾਹਿਗੁਰੂ ਦੀ ਵਡਿਆਈ ਕਰਦੇ ਹਨ। ਬੇਸ਼ੁਮਾਰ ਬੇਅੰਤ ਸੁਆਮੀ, ਊਚੋ ਗੁਣੀ ਗਹਿਰੋ। ਹੇ ਵਾਹਿਗੁਰੂ ਜੀ, ਤੁਸੀਂ ਬੇਸ਼ੁਮਾਰ ਗੁਣਾਂ ਦੇ ਮਾਲਕ ਹੋ, ਬੇਅੰਤ ਸ਼ਕਤੀਆਂ ਦੇ ਭੰਡਾਰ ਹੋ, ਸੁਆਮੀ ਦੀਨ ਦੁਨੀਆ ਦੇ ਕਰੋੜਾਂ ਬ੍ਰਹਮੰਡਾਂ ਖੰਡਾਂ ਦੇ ਮਾਲਕ ਹੋ। ਉੱਚੋ ਸਭ ਤੋਂ ਉੱਚੇ ਤੇ ਗੁਣੀ ਗਹਿਰੋ, ਗੁਣਾਂ ਦੇ ਖਜ਼ਾਨੇ ਹੋ, ਗੁਣਾਂ ਦੇ ਨਿਧਾਨ ਹੋ, ਗੁਣਾਂ ਦੇ ਸਮੁੰਦਰ ਹੋ। ਕਾਟ ਸਿਲ ਕੀ ਕੀਨੋ ਆਪਣੋ ਦਾਸਰੋ, ਤੋ ਨਾਨਕ ਕਹਾ ਨਿਹੋਰੋ। ਹੇ ਵਾਹਿਗੁਰੂ ਜੀ, ਜਦੋਂ ਤੁਸੀਂ ਮੋਹ ਮਾਇਆ ਦੀ ਅਥਵਾ ਵਿਸ਼ੇ ਵਾਸ਼ਨਾ ਦੀ ਸਿਲਕ ਫਾਹੀ ਕੱਟ ਕੇ ਸਾਨੂੰ ਆਪਣਾ ਦਾਸ ਕਰ ਲਿਆ, ਸਾਨੂੰ ਆਪਣਾ ਸੇਵਕ ਬਣਾ ਲਿਆ, ਤੋ ਨਾਨਕ ਕਹਾ ਨਿਹੋਰੋ। ਫਿਰ ਸੱਚੇ ਪਾਤਸ਼ਾਹ ਹੋਰ ਕਿਸੇ ਦੀ ਮਾਨ ਮਨੌਤ ਕੀ ਕਰਨੀ ਸੀ, ਹੋਰ ਕਿਸੇ ਦੀ ਕਾਨ ਕਨੌੜ ਜਾਂ ਮੁਥਾਜੀ ਕੀ ਝੱਲਣੀ ਸੀ। ਜਦੋਂ ਤੁਸੀਂ ਮੋਹ ਮਾਇਆ ਦੀ ਵਾਸ਼ਨਾ ਦੀ ਫਾਹੀ ਕੱਟ ਕੇ ਆਪਣਾ ਦਾਸ ਬਣਾ ਲਿਆ, ਤੇ ਫਿਰ ਹੋਰ ਕਿਸੇ ਦੀ ਕਾਨ ਕਨੌੜ ਤੇ ਮੁਥਾਜੀ ਸਾਰੀ ਖਤਮ ਹੋ ਗਈ। ਸੋਰਠ ਮਹੱਲਾ ਪੰਜਵਾਂ। ਭਏ ਕਿਰਪਾਲ ਗੁਰੂ ਗੋਵਿੰਦਾ, ਸਗਲ ਮਨੋਰਥ ਪਾਏ। ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਸਾਰਿਆਂ ਤੋਂ ਚੰਗਾ ਮੁਹੂਰਤ, ਚੰਗਾ ਸਮਾਂ ਕਿਹੜਾ ਹੁੰਦਾ? ਤਾਂ ਸਤਿਗੁਰੂ ਇਹਦਾ ਜਵਾਬ ਦਿੰਦੇ ਹਨ, ਧਨ ਸੋ ਵੇਲਾ ਜੇ ਦਰਸ਼ਨ ਕਰਨਾ, ਹਉ ਬਲਿਹਾਰੀ ਸਤਿਗੁਰ ਚਰਨਾ, ਭਲੋ ਸਮੂਰਤ ਪੂਰਾ। ਉਹ ਮੁਹੂਰਤ ਸਮੂਰਤ ਸ੍ਰੇਸ਼ਟ ਹੈ, ਉਹ ਮੁਹੂਰਤ ਹਰ ਪੱਖ ਤੋਂ ਪੂਰਾ ਵੀ ਹੈ, ਉਹ ਮੁਹੂਰਤ ਭਲੋ ਸਭ ਤੋਂ ਉੱਤੋਂ ਵੀ ਹੈ। ਭਾਵ ਉਹ ਸਮਾਂ ਸਫਲ ਹੈ, ਸ੍ਰੇਸ਼ਟ ਹੈ ਤੇ ਹਰ ਢੰਗ ਦੇ ਨਾਲ ਸੰਪੂਰਨ ਹੈ। ਸ਼ਾਂਤ ਸਹਿਜ ਆਨੰਦ ਨਾਮ ਜਾ ਵਾਜੇ ਅਨਹਾ ਤੂਰਾ। ਜਦੋਂ ਵਾਹਿਗੁਰੂ ਦਾ ਨਾਮ ਜਪ ਕੇ ਸਾਨੂੰ ਆਤਮਿਕ ਸ਼ਾਂਤੀ ਪ੍ਰਾਪਤ ਹੋ ਗਈ ਤੇ ਸਹਿਜ ਆਤਮਿਕ ਅਡੋਲ ਅਵਸਥਾ ਦਾ ਸੁਖ ਵੀ ਪ੍ਰਾਪਤ ਹੋ ਗਿਆ,
ਤੇ ਪਰਮਾਤਮਕ ਆਨੰਦ ਵੀ ਮਿਲ ਗਏ। ਇੱਥੇ ਹੀ ਬਸਨੀ ਵਾਜੇ ਅਨਹਦ ਧੂਰਾ। ਜਦੋਂ ਅਜੱਪਾ ਜਾਪ ਦੇ ਅਨਹਦ ਵਾਜੇ ਵੀ ਵੱਜਣ ਲੱਗ ਪਏ, ਉਹ ਸਭ ਤੋਂ ਅੱਛਾ ਸਮਾਂ ਹੈ, ਉਹੀ ਸਭ ਤੋਂ ਸਫਲ ਤੇ ਸੰਪੂਰਨ ਸਮਾਂ ਹੈ। ਭਏ ਕਿਰਪਾਲ ਗੁਰੂ ਗੋਬਿੰਦਾ ਸਗਲ ਮਨੋਰਥ ਪਾਏ। ਜਦੋਂ ਗੁਰੂ ਪਰਮੇਸ਼ਰ ਜੀ ਸਾਡੇ ਤੇ ਦਿਆਲ ਹੋਏ, ਗੁਰੂ ਪਰਮੇਸ਼ਰ ਜੀ ਜਦੋਂ ਸਾਡੇ ਤੇ ਪ੍ਰਸੰਨ ਹੋਏ, ਸਗਲ ਮਨੋਰਥ ਪਾਏ। ਅਸੀਂ ਸਾਰੇ ਮਨ ਚਿਤਵੇ ਸਾਰੇ ਪਦਾਰਥ ਪ੍ਰਾਪਤ ਕਰ ਲਏ। ਆਸਰ ਪਏ ਲਾਗ ਹਰ ਚਰਨੀ ਗੋਬਿੰਦ ਕੇ ਗੁਣ ਗਾਏ। ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨੀ ਲਾ ਕੇ ਆਸਰ ਪਏ, ਆਪਣੇ ਮਨ ਨੂੰ ਅਸੀਂ ਅਡੋਲ ਕਰ ਲਿਆ। ਸਾਡਾ ਮਨ ਪੂਰਨ ਟਿਕਾਓ ਵਿੱਚ ਆ ਗਿਆ। ਅਸੀਂ ਅਮਰ ਤੇ ਅਚਲ ਪਦਵੀ ਵੀ ਪ੍ਰਾਪਤ ਕਰ ਲਈ। ਗੋਬਿੰਦ ਕੇ ਗੁਣ ਗਾਏ ਤੇ ਨਾਲ ਉਸ ਗੋਬਿੰਦ ਦੇ ਗੁਣ ਵੀ ਗਾਏ। ਅਥਵਾ ਅਨਵੇਂ ਕਰਕੇ ਵੀ ਅਰਥ ਮਹਾਂਪੁਰਖ ਲਾਉਂਦੇ ਸਨ। ਅਸਰ ਪਏ ਲਾਗ ਹਰ ਚਰਣੀ ਗੋਬਿੰਦ ਕੇ ਗੁਣ ਗਾਏ। ਜਦੋਂ ਅਸੀਂ ਅਕਾਲ ਪੁਰਖ ਵਾਹਿਗੁਰੂ ਦੇ ਚਰਨੀ ਲਾ ਕੇ ਗੋਬਿੰਦ ਕੇ ਗੁਣ ਗਾਏ, ਉਸ ਗੋ ਇੰਦਰੀਆਂ ਦੇ ਵਿੰਦ ਪ੍ਰਕਾਸ਼ਕ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਗਾਏ, ਕਲਯੁਗ ਮੈਂ ਕੀਰਤਨ ਪ੍ਰਧਾਨਾਂ ਦੀ ਓਟ ਲਈ ਅਸਰ ਪਏ ਤੇ ਸਾਨੂੰ ਅਮਰ ਤੇ ਅਟਲ ਪਦਵੀ ਪ੍ਰਾਪਤ ਹੋ ਗਈ। ਭਲੋ ਸਮੂਰਤ ਪੂਰਾ ਸ਼ਾਂਤ ਸਹਿਜ ਆਨੰਦ ਨਾਮ ਜਪ ਵਾਜੇ ਅਨਹਦ ਧੂਰਾ ਰਹਾਉ। ਸਤਿਗੁਰੂ ਕਹਿੰਦੇ ਨੇ ਉਹ ਮੁਹੂਰਤ ਸਮਾਂ ਸਫਲ ਹੈ, ਭਲੋ ਸ੍ਰੇਸ਼ਟ ਹੈ ਤੇ ਪੂਰਾ ਹੈ, ਜਿਸ ਵੇਲੇ ਨਾਮ ਜਪ ਕੇ ਸਾਨੂੰ ਆਤਮਿਕ ਸ਼ਾਂਤੀ ਪ੍ਰਾਪਤ ਹੋਈ ਅਤੇ ਨਾਲ ਹੀ ਆਤਮਿਕ ਅਡੋਲ ਅਵਸਥਾ ਦਾ ਸੁਖ ਤੇ ਪਰਮਾਤਮਕ ਆਨੰਦ ਵੀ ਪ੍ਰਾਪਤ ਹੋ ਗਿਆ ਤੇ ਨਾਲ ਅੰਤਰ ਆਤਮਾ ਅਜੱਪਾ ਜਾਪਦੇ ਅਨਹਦ ਵਾਜੇ ਵੀ ਵੱਜਣ ਲੱਗ ਪਏ। ਉਹ ਸਮਾਂ ਉਹ ਮੁਹੂਰਤ ਸਭ ਤੋਂ ਸ੍ਰੇਸ਼ਟ ਹੈ। ਰਹਾਉ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ। ਮਿਲੇ ਸੁਆਮੀ ਪ੍ਰੀਤਮ ਆਪਣੇ ਘਰ ਮੰਦਰ ਸੁਖਦਾਈ। ਲੋ ਹੁਣ ਸਾਨੂੰ ਆਪਣੇ ਪਿਆਰੇ ਸੁਆਮੀ ਮਾਲਕ ਵਾਹਿਗੁਰੂ ਜੀ ਮਿਲ ਗਏ ਨੇ। ਘਰ ਮੰਦਰ ਸੁਖਦਾਈ, ਜਿਨ੍ਹਾਂ ਦੇ ਮਿਲਣ ਕਰਕੇ ਘਰ ਮੰਦਰ ਵੀ ਸੁਖਦਾਈ ਸੁਖ ਦੇਣ ਵਾਲੇ ਹੋ ਗਏ। ਭਾਵ ਜਦੋਂ ਕਿਸੇ ਇਸਤਰੀ ਨੂੰ ਆਪਣਾ ਯੋਗ ਵਰ ਪ੍ਰਾਪਤ ਹੋ ਜਾਵੇ, ਫਿਰ ਉਹਦੇ ਘਰ ਮੰਦਰਾਂ ਦੇ ਵਿੱਚ ਸੁਖ ਹੀ ਸੁਖ ਪ੍ਰਗਟ ਹੋ ਜਾਂਦੀ ਹੈ। ਇਸੇ ਤਰ੍ਹਾਂ ਜਦੋਂ ਸਾਨੂੰ ਉਸ ਪਿਆਰੇ ਪ੍ਰੀਤਮ ਦੀਨ ਦੁਨੀਆ ਦੇ ਮਾਲਕ ਆਪਣੇ ਵਾਹਿਗੁਰੂ ਜੀ ਮਿਲ ਗਏ, ਉਹਨਾਂ ਦੇ ਨਾਲ ਮਿਲਣ ਕਰਕੇ ਸਾਡੇ ਘਰ ਜੋ ਅੰਤঃਕਰਨ ਸਨ ਤੇ ਮੰਦਰ ਮਨ ਬੁੱਧ ਚਿੱਤ ਹੰਕਾਰ, ਇਹ ਵੀ ਸਾਰੇ ਸੁਖਦਾਈ ਹੋ ਗਏ। ਹਰ ਨਾਮ ਨਿਧਾਨ ਨਾਨਕ ਜਨ ਪਾਇਆ ਸਗਲੀ ਇੱਛ ਪੁਜਾਈ। ਹੁਣ ਅਸਾਂ ਵਾਹਿਗੁਰੂ ਜੀ ਦੀ ਮਿਹਰ ਨਾਲ ਵਾਹਿਗੁਰੂ ਦੇ ਨਾਮ ਰੂਪ ਖਜ਼ਾਨੇ ਨੂੰ ਪ੍ਰਾਪਤ ਕਰ ਲਿਆ। ਅਸੀਂ ਦਾਸਾਂ ਨੇ ਉਸ ਵਾਹਿਗੁਰੂ ਦੇ ਨਾਮ ਦੇ ਖਜ਼ਾਨੇ ਨੂੰ ਪ੍ਰਾਪਤ ਕਰ ਲਿਆ। ਸਗਲੀ ਇੱਛ ਪੁਜਾਈ, ਜਿਸਨੇ ਸਾਡੀ ਸਾਰੀ ਇੱਛਾ ਪੂਰੀ ਕਰ ਦਿੱਤੀ। ਕਿਉਂਕਿ ਨਾਮ ਇੱਕ ਇਹੋ ਜਿਹੀ ਵਸਤੂ ਹੈ, ਨਾਮ ਇੱਕ ਇਹੋ ਜਿਹਾ ਖਜ਼ਾਨਾ ਹੈ, ਨਾਮ ਜਪ ਕੇ ਹਰ ਇੱਕ ਇੱਛਾ ਪੂਰੀ ਹੋ ਜਾਂਦੀ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੇ ਵਸ ਹੈ ਕਾਮ ਧੀਨਾ। ਸੋ ਐਸਾ ਹਰ ਧਿਆਈਐ ਮੇਰੇ ਜੀੜੇ, ਤਾਂ ਸਰਬ ਸੁਖ ਪਾਵੈ ਹੈ ਮੇਰੇ ਮਨਾ। ਦੇਖ ਲੋ, ਧਰੂ ਭਗਤ ਨੇ ਨਾਮ ਹੀ ਤੇ ਜਪਿਆ ਸੀ, ਉਸਨੂੰ ਅਮਰ ਪਦਵੀ ਤੇ ਨਾਲ ਨਿਸ਼ਕੰਟਕ ਰਾਜ ਵੀ ਪ੍ਰਾਪਤ ਹੋਇਆ। ਸਗਲੀ ਇੱਛ ਪੁਜਾਈ, ਉਸ ਨਾਮ ਨੇ ਸਭ ਇੱਛਾ ਸਾਡੀ ਪੂਰੀ ਕਰ ਦਿੱਤੀ। ਸੋਰਠ ਮਹੱਲਾ ਪੰਜਵਾਂ। ਗੁਰ ਕੇ ਚਰਨ ਬਸੇ ਰਿਦ ਭੀਤਰ, ਸ਼ੁਭ ਲਖਣ ਪ੍ਰਭ ਕੀਨੇ। ਲੋ ਹੁਣ ਇਸ ਅਗਲੇ ਸ਼ਬਦ ਵਿੱਚ ਸਤਿਗੁਰੂ ਦੀ ਮਹਿਮਾ ਅਤੇ ਵਡਿਆਈ ਕੀਤੀ ਹੈ। ਮੇਰੋ ਗੁਰ ਰਖਵਾਰੋ ਮੀਤ, ਬਈ ਮੇਰਾ ਤੇ ਐ ਮਿੱਤਰੋ, ਮੇਰਾ ਤੇ ਗੁਰੂ ਹੀ ਰਖਵਾਲਾ ਹੈ, ਮੇਰਾ ਤੇ ਗੁਰੂ ਹੀ ਰਾਖਾ ਹੈ। ਦੂਣ ਚਾਉਣੀ ਦੇ ਵਡਿਆਈ ਸੋਭਾ ਨੀਤਾ ਨੀਤ। ਉਹ ਸਤਿਗੁਰੂ ਸਾਨੂੰ ਦੂਣੀ ਤੇ ਚਾਉਣੀ, ਪਹਿਲਾਂ ਨਾਲੋਂ ਦੂਣੀ ਤੇ ਚਾਉਣੀ ਵਡਿਆਈ ਵੀ ਦੇ ਰਿਹਾ ਹੈ ਤੇ ਨਾਲ ਨਿਤ ਨਿਤ ਨਵੀਂ ਸੋਭਾ ਵੀ ਸਾਨੂੰ ਬਖਸ਼ਿਸ਼ ਕਰ ਰਿਹਾ ਹੈ।
ਗੁਰ ਕੇ ਚਰਨ ਬਸੇ ਰਿਦ ਭੀਤਰ, ਸ਼ੁਭ ਲਖਣ ਪ੍ਰਭ ਕੀਨੇ। ਲਓ, ਜਦੋਂ ਸਤਿਗੁਰੂ ਦੇ ਚਰਨ ਸਾਡੇ ਹਿਰਦੇ ਵਿੱਚ ਵਸ ਗਏ ਤੇ ਵਾਹਿਗੁਰੂ ਪਰਮੇਸ਼ਰ ਨੇ ਸ਼ੁਭ ਲਖਣ ਪ੍ਰਭ ਕੀਨੇ, ਚੰਗੇ ਲੱਛਣ ਪ੍ਰਗਟ ਕਰ ਦਿੱਤੇ, ਚੰਗੇ ਸਗਨ ਚੰਗੇ ਲਗਨ ਆਪਣੇ ਆਪ ਹੀ ਪ੍ਰਗਟ ਹੋਣ ਲੱਗ ਪਏ। ਭਏ ਕਿਰਪਾਲ ਪੂਰਨ ਪਰਮੇਸ਼ਰ, ਨਾਮ ਨਿਧਾਨ ਮਨ ਚੀਨੇ। ਜਦੋਂ ਪੂਰਨ ਪਰਮੇਸ਼ਰ ਸਰਬ ਗੁਣ ਭਰਪੂਰ ਅਕਾਲ ਪੁਰਖ ਵਾਹਿਗੁਰੂ ਜੀ ਸਾਡੇ ਤੇ ਮਿਹਰਬਾਨ ਹੋਏ, ਨਾਮ ਨਿਧਾਨ ਮਨ ਚੀਨੇ, ਅਸੀਂ ਨਾਮ ਦੇ ਖਜ਼ਾਨੇ ਨੂੰ ਆਪਣੇ ਮਨ ਵਿੱਚੋਂ ਹੀ ਪਛਾਣ ਲਿਆ, ਕਿਉਂਕਿ ਨਾਮ ਦਾ ਖਜ਼ਾਨਾ ਸਾਡੇ ਅੰਦਰ ਹੀ ਹੈ। ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਬਿਸਰਾਮ। ਜਦੋਂ ਵਾਹਿਗੁਰੂ ਜੀ ਸਾਡੇ ਤੇ ਮਿਹਰਬਾਨ ਹੋਏ ਤਾਂ ਅਸੀਂ ਉਸ ਨਾਮ ਦੇ ਖਜ਼ਾਨਿਆਂ ਨੂੰ ਆਪਣੇ ਮਨ ਵਿੱਚੋਂ ਹੀ ਲੱਭ ਲਿਆ। ਮੇਰੋ ਗੁਰ ਰਖਵਾਰੋ ਮੀਤ, ਦੂਣ ਚੌਣੀ ਦੇ ਵਡਿਆਈ, ਸੋਭਾ ਨੀਤਾ ਨੀਤ ਰਹਾਉ। ਐ ਮਿੱਤਰੋ, ਮੇਰਾ ਤੇ ਗੁਰੂ ਹੀ ਰਖਵਾਲਾ ਹੈ, ਜੋ ਸਾਨੂੰ ਪਹਿਲਾਂ ਨਾਲੋਂ ਦੂਣ ਚੌਣੀ, ਦੂਣੀ ਤੇ ਚੌਣੀ ਭਾਵ ਗੁਰੂ ਨਾਨਕ ਤੋਂ ਲੈ ਕੇ ਚੌਥੇ ਸਰੂਪ ਤੱਕ ਸਾਰੇ ਸਤਿਗੁਰੂ ਦੀ ਜੋ ਕਮਾਈ ਤੇ ਵਡਿਆਈ ਹੈ, ਉਹ ਸਾਨੂੰ ਗੁਰੂ ਦੀ ਕਿਰਪਾ ਦੁਆਰਾ ਮਿਲ ਰਹੀ ਹੈ। ਸੋਭਾ ਨੀਤਾ ਨੀਤ, ਤੇ ਨਿਤ ਨਵੀਂ ਤੋਂ ਨਵੀਂ ਸੋਭਾ ਵੀ ਸਾਨੂੰ ਪ੍ਰਾਪਤ ਹੋ ਰਹੀ ਹੈ। ਰਹਾਉ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ, ਜੀਅ ਜੰਤ ਪ੍ਰਭ ਸਗਲ ਉਧਾਰੇ, ਦਰਸ਼ਨ ਦੇਖਣ ਹਾਰੇ। ਲੋ, ਜਿੰਨੇ ਵੀ ਸਤਿਗੁਰੂ ਦੇ ਦਰਸ਼ਨ ਦੀਦਾਰ ਕਰਨ ਵਾਲੇ ਜੀਵ ਜੰਤ ਸਨ, ਜੀ ਜੰਤ ਤੋਂ ਮੁਰਾਦ ਹੈ ਚਾਰੇ ਵਰਨਾ ਸ਼ਰਮਾਂ ਦੇ ਲੋਕ। ਜੀ ਜੰਤ ਦੇ ਵਿੱਚ ਸਾਰੇ ਪਸ਼ੂ ਪੰਛੀ ਵੀ ਆ ਜਾਂਦੇ ਨੇ, ਸਾਰੀ ਸ੍ਰਿਸ਼ਟੀ ਆ ਜਾਂਦੀ ਹੈ। ਲੋ, ਜਿਨ੍ਹਾਂ ਨੇ ਸਤਿਗੁਰੂ ਦੇ ਦਰਸ਼ਨ ਕਰ ਲਏ, ਜੀ ਜੰਤ ਪ੍ਰਭ ਸਗਲ ਉਧਾਰੇ, ਤੇ ਉਹ ਸਾਰੇ ਹੀ ਜੀਵ ਜੰਤਾਂ ਦਾ ਵਾਹਿਗੁਰੂ ਪਰਮੇਸ਼ਰ ਨੇ ਉਧਾਰ ਕਰ ਦਿੱਤਾ। ਗੁਰ ਪੂਰੇ ਕੀ ਅਚਰਜ ਵਡਿਆਈ, ਨਾਨਕ ਸਦ ਬਲਿਹਾਰੇ। ਬਈ ਪੂਰੇ ਗੁਰੂ ਦੀ ਵਡਿਆਈ ਬਹੁਤ ਵਿਸਮਾਦ ਰੂਪ ਹੈ, ਬਹੁਤ ਅਚਰਜ ਰੂਪ ਹੈ। ਨਾਨਕ ਸਦ ਬਲਿਹਾਰੇ, ਅਸੀਂ ਭਾਈ ਸਤਿਗੁਰੂ ਤੋਂ ਬਲਿਹਾਰ ਜਾਂਦੇ ਹਾਂ। ਸੋਰਠ ਮਹੱਲਾ ਪੰਜਵਾਂ, ਸੰਚਨ ਕਰੋ ਨਾਮ ਧਨ ਨਿਰਮਲ, ਥਾਤੀ ਅਗਮੇ ਅਪਾਰ। ਹੁਣ ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਇਸ ਸੰਸਾਰ ਸਮੁੰਦਰ ਤੋਂ ਕਿਵੇਂ ਪਾਰ ਹੋਇਆ ਜਾਵੇ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਹਰ ਕੇ ਚਰਨ ਕਮਲ ਆਧਾਰ। ਗੁਰਮੁਖੋ, ਤੁਸੀਂ ਵਾਹਿਗੁਰੂ ਦੇ ਚਰਨਾਂ ਕਮਲਾਂ ਦਾ ਆਸਰਾ ਲਓ, ਸੰਤ ਪ੍ਰਸਾਦ ਪਾਇਓ ਸੱਚ ਬੋਹਿਤ। ਅਸੀਂ ਸ਼ਾਂਤ ਸਰੂਪ ਸਤਿਗੁਰੂ ਦੀ ਕਿਰਪਾ ਨਾਲ ਸੱਚਾ ਜਹਾਜ਼, ਉਹ ਹੈ ਵਾਹਿਗੁਰੂ ਦਾ ਨਾਮ। ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋ ਉਤਰੇ ਪਾਰ। ਅਸੀਂ ਇਹ ਸੱਚਾ ਬੋਹਿਤ ਨਾਮ ਦਾ ਪ੍ਰਾਪਤ ਕਰ ਲਿਆ ਹੈ। ਚੜ ਲੰਘੋ ਬਿਖ ਸੰਸਾਰ, ਜਿਸ ਤੇ ਚੜ ਕੇ ਸਵਾਰ ਹੋ ਕੇ ਅਸੀਂ ਇਸ ਜ਼ਹਿਰ ਦੇ ਨਾਲ ਭਰੇ ਹੋਏ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਵਾਂਗੇ। ਭਾਵ ਨਾਮ ਹੀ ਇੱਕ ਐਸਾ ਜਹਾਜ਼ ਹੈ ਜਿਸ ਉੱਤੇ ਗੁਰੂ ਦੀ ਕਿਰਪਾ ਦੇ ਨਾਲ ਚੜ੍ਹਿਆ ਜਾਂਦਾ ਹੈ। ਭਾਵ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛਕਣਾ ਹੀ ਗੁਰੂ ਕੇ ਜਹਾਜ਼ੇ ਚੜ੍ਹਨਾ ਹੈ, ਤੇ ਇਸ ਢੰਗ ਦੇ ਨਾਲ ਮੈਂ ਇਸ ਜ਼ਹਿਰ ਭਰੇ ਸੰਸਾਰ ਤੋਂ ਪਾਰ ਲੰਘ ਜਾਵਾਂਗਾ।